ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੈਂ 25 ਸਾਲ ਦੀ ਹੋਣ ਵਾਲੀ ਸੀ, ਪਰ ਮੇਰਾ ਵਿਆਹ ਨਹੀਂ ਹੋ ਰਿਹਾ ਸੀ। ਜਦੋਂ ਵੀ ਰਿਸ਼ਤੇ ਵਾਲੇ ਆਉਂਦੇ ਤਾਂ ਮੇਰਾ ਵਜ਼ਨ ਦੇਖ ਕੇ ਮੈਨੂੰ ਰਿਜੈਕਟ ਕਰ ਦਿੰਦੇ। ਇੱਕ ਦਿਨ ਮੇਰੇ ਘਰ ਦੇ ਬਾਹਰ ਸਾਧੂ ਮਹਾਰਾਜ ਆਏ। ਉਹਨਾਂ ਨੇ ਇੱਕ ਚਾਦਰ ਦਿੰਦੇ ਹੋਏ ਕਿਹਾ ਕਿ ਜੇ ਤੂੰ ਇਸ ਚਾਦਰ ਨੂੰ ਉੱਪਰ ਲੈ ਕੇ ਹਨੇਰੇ ਕਮਰੇ ਵਿੱਚ ਸੌਂ ਜਾਏਂਗੀ ਤਾਂ ਕਰਿਸ਼ਮਾ ਦੇਖੀ, ਤੇਰਾ ਜਲਦੀ ਵਿਆਹ ਹੋ ਜਾਵੇਗਾ। ਮੈਂ ਖੁਸ਼ੀ-ਖੁਸ਼ੀ ਉਸ ਤੋਂ ਚਾਦਰ ਲੈ ਲਈ, ਪਰ ਜਦੋਂ ਮੈਂ ਉਸ ਚਾਦਰ ਨੂੰ ਲੈ ਕੇ ਸੌਂਦੀ ਤਾਂ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ। ਚਾਦਰ ਲੈ ਕੇ ਤੀਜੀ ਸੁਬਾਹ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਂ ਪਿਛਲੀ ਖਿੜਕੀ ਦੇ ਸਾਹਮਣੇ ਖੜੀ ਹੋਈ ਪਰਛਾਈ ਨੂੰ ਭੱਜਦੇ ਹੋਏ ਦੇਖਿਆ। ਪਰ ਉਹ ਕੌਣ ਸੀ, ਮੈਨੂੰ ਦਿਖਾਈ ਨਾ ਦਿੱਤਾ। ਮੈਂ ਡਰ ਗਈ ਕਿ ਚੋਰੀ ਮੈਨੂੰ ਕੌਣ ਦੇਖ ਰਿਹਾ ਹੈ। ਮੇਰਾ ਨਾਮ ਰੀਮਾ ਹੈ। ਮੇਰੀ ਉਮਰ 25 ਸਾਲ ਹੈ। ਮੈਂ ਸ਼ੁਰੂ ਵਿੱਚ ਇੰਨੀ ਮੋਟੀ ਨਹੀਂ ਸੀ, ਬਲਕਿ ਇੱਕ ਸੋਹਣੀ ਸੁਨੱਖੀ ਪਤਲੀ ਲੜਕੀ ਸੀ, ਜਿਵੇਂ 15-16 ਸਾਲ ਦੀਆਂ ਲੜਕੀਆਂ ਆਮ ਤੌਰ 'ਤੇ ਹੁੰਦੀਆਂ। ਪਰ ਮੇਰੇ ਘਰ ਵਾਲਿਆਂ ਨੇ ਤਾਂ ਮੈਨੂੰ ਮੋਟਾ ਬਣਾਉਣ ਦੀ ਪਈ ਸੀ। ਮੇਰੀ ਮਾਂ ਮੇਰੇ ਦੁਬਲੇ ਪਤਲੇ ਸਰੀਰ ਤੋਂ ਪਰੇਸ਼ਾਨ ਸੀ, ਜਦਕਿ ਮੈਨੂੰ ਲੋਕਾਂ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਸੀ। ਮੈਂ ਖੁਦ ਨੂੰ ਕਿਸੇ ਵੀ ਹੀਣ ਭਾਵਨਾ ਵਿੱਚ ਨਹੀਂ ਪਾਉਂਦੀ ਸੀ, ਪਰ ਜਿਵੇਂ-ਜਿਵੇਂ ਮੇਰੀ ਉਮਰ ਵੱਧਦੀ ਗਈ, ਮੇਰਾ ਸਰੀਰ ਵੀ ਭਰਨ ਲੱਗਾ। ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ, ਪਰ ਫਿਰ ਨਾ ਜਾਣੇ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਮੈਂ ਬਿਮਾਰ ਰਹਿਣ ਲੱਗੀ। ਮੇਰੇ ਸਰੀਰ ਵਿੱਚ ਹਰ ਸਮੇਂ ਦਰਦ ਰਹਿੰਦਾ। ਇੱਕ ਦਿਨ ਕਾਲਜ ਵਿੱਚ ਮੈਂ ਚੱਕਰ ਖਾ ਕੇ ਡਿੱਗ ਗਈ। ਉੱਥੋਂ ਉਹਨਾਂ ਨੇ ਮੈਨੂੰ ਘਰੇ ਭੇਜ ਦਿੱਤਾ ਤੇ ਮੇਰੀ ਮਾਂ ਮੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਇਹ ਕਿਹਾ ਕਿ ਇਸ ਵਿੱਚ ਕਮਜ਼ੋਰੀ ਹੈ, ਇਸ ਨੂੰ ਤਾਕਤ ਵਾਲੇ ਇੰਜੈਕਸ਼ਨ ਲਾਉਣੇ ਪੈਣਗੇ। ਨਾ ਜਾਣੇ ਕਿਸ ਤਰ੍ਹਾਂ ਦੇ ਤਾਕਤ ਵਾਲੇ ਇੰਜੈਕਸ਼ਨ ਸੀ। ਪੂਰੇ ਇੱਕ ਹਫ਼ਤੇ ਵਿੱਚ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਸਾਰਾ ਸਰੀਰ ਫੁੱਲ ਰਿਹਾ। ਡਾਕਟਰ ਨੇ ਕਿਹਾ ਕਿ ਇਹ ਸਭ ਇੰਜੈਕਸ਼ਨ ਨਾਲ ਹੋਇਆ, ਥੋੜ੍ਹੇ ਦਿਨ ਵਿੱਚ ਘਟ ਜਾਵੇਗਾ, ਪਰ ਮੇਰਾ ਸਰੀਰ ਘਟਣ ਦੀ ਬਜਾਏ ਹੋਰ ਫੈਲ ਰਿਹਾ ਸੀ। ਇਸ ਤਰ੍ਹਾਂ ਇੰਜੈਕਸ਼ਨ ਦੇ ਰਿਐਕਸ਼ਨ ਦੀ ਵਜ੍ਹਾ ਨਾਲ ਮੇਰਾ ਪੂਰਾ ਸਰੀਰ ਫੁੱਲ ਗਿਆ। ਮੇਰਾ ਚਿਹਰਾ ਬਹੁਤ ਵੱਡਾ ਹੋ ਗਿਆ। ਮੇਰਾ ਵਜ਼ਨ ਇਸ ਤਰ੍ਹਾਂ ਨਾਲ ਵੱਧ ਗਿਆ ਸੀ ਜਿਵੇਂ ਮੈਂ ਕੋਈ ਵੱਡੀ ਉਮਰ ਦੀ ਔਰਤ ਹੋਵਾਂ। ਹੁਣ ਮੇਰੇ ਘਰ ਵਾਲਿਆਂ ਨੂੰ ਮੇਰੀ ਚਿੰਤਾ ਸਤਾ ਰਹੀ ਸੀ। ਮੈਨੂੰ ਵੀ ਮੋਟਾਪੇ ਤੋਂ ਨਫ਼ਰਤ ਹੋ ਰਹੀ ਸੀ। ਮੇਰਾ ਸਾਰਾ ਦਿਨ ਪਰੇਸ਼ਾਨ ਰਹਿੰਦੀ। ਮੇਰੀ ਮਾਂ ਮੈਨੂੰ ਦਿਲਾਸਾ ਦਿੰਦੀ। ਮੈਂ ਹਰ ਸਮੇਂ ਉਦਾਸ ਰਹਿਣ ਲੱਗੀ। ਕਾਲਜ ਜਾਂਦੀ ਤਾਂ ਲੜਕੀਆਂ ਮੇਰਾ ਮਜ਼ਾਕ ਉਡਾਉਂਦੀਆਂ, ਮੈਨੂੰ ਆਂਟੀ ਕਹਿ ਕੇ ਤੰਗ ਕਰਦੀਆਂ। ਮੈਂ ਕਾਲਜ ਛੱਡਣ ਦਾ ਇਰਾਦਾ ਕਰ ਲਿਆ, ਪਰ ਮੇਰੇ ਪਿਤਾ ਜੀ ਇਸ ਤੋਂ ਨਾਰਾਜ਼ ਹੋ ਗਏ ਸੀ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ ਬੇਵਕੂਫੀ ਕਰਨ ਤੋਂ ਮਨ੍ਹਾ ਕਰ ਦਿੱਤਾ। ਪਰ ਮੈਂ ਜਿਵੇਂ-ਤਿਵੇਂ ਕਰਕੇ ਆਪਣਾ ਕਾਲਜ ਖਤਮ ਕਰ ਲਿਆ ਅਤੇ ਹੁਣ ਘਰ ਵਿੱਚ ਬੈਠ ਕੇ ਵਧੀਆ ਰਿਸ਼ਤੇ ਦਾ ਇੰਤਜ਼ਾਰ ਕਰਨ ਲੱਗੀ। ਪਰ ਮੇਰਾ ਮੋਟਾਪਾ ਮੇਰੇ ਰਸਤੇ ਵਿੱਚ ਦੀਵਾਰ ਬਣ ਕੇ ਬੈਠਾ ਸੀ। ਜੋ ਵੀ ਰਿਸ਼ਤਾ ਹੁੰਦਾ, ਮੇਰੇ ਮੋਟਾਪੇ ਦੀ ਵਜ੍ਹਾ ਨਾਲ ਮੈਨੂੰ ਰਿਜੈਕਟ ਕਰ ਦਿੰਦੇ ਅਤੇ ਮੇਰੀਆਂ ਛੋਟੀਆਂ ਭੈਣਾਂ ਨੂੰ ਪਸੰਦ ਕਰ ਲੈਂਦੇ। ਕਿਉਂਕਿ ਮੇਰੇ ਪਿਤਾ ਜੀ ਦੇ 2 ਵਿਆਹ ਹੋਏ ਸੀ। ਮੈਂ ਪਹਿਲੇ ਵਿਆਹ ਦੀ ਕੁੜੀ ਸੀ ਤੇ ਦੂਜੇ ਵਿਆਹ ਤੋਂ 2 ਕੁੜੀਆਂ ਸੀ। ਹੁਣ ਉਹ ਮੇਰੇ ਨਾਲੋਂ ਖੂਬਸੂਰਤ ਵੀ ਸੀ, ਪਰ ਮੇਰੇ ਪਿਤਾ ਜੀ ਦੀ ਵੀ ਜਿੱਦ ਸੀ ਕਿ ਮੈਂ ਪਹਿਲਾਂ ਆਪਣੀ ਵੱਡੀ ਬੇਟੀ ਦਾ ਵਿਆਹ ਕਰਾਂਗਾ, ਜਦਕਿ ਮੈਂ ਆਪਣੇ ਮਾਂ-ਬਾਪ ਦੇ ਮੋਢਿਆਂ ਉੱਤੇ ਧਰਤੀ ਦਾ ਬੋਝ ਬਣ ਕੇ ਬੈਠੀ ਸੀ। ਪਰ ਮੈਂ ਕਰ ਵੀ ਕੀ ਸਕਦੀ ਸੀ। ਮੇਰੇ ਹੱਥ ਰੋਣ ਤੋਂ ਸਿਵਾਏ ਕੁਝ ਨਹੀਂ ਸੀ। ਇੱਕ ਦਿਨ ਸ਼ਾਮ ਨੂੰ ਮੈਂ ਬਗੀਚੇ ਵਿੱਚ ਬਾਹਰ ਆ ਕੇ ਘੁੰਮਣ ਲੱਗੀ ਤੇ ਸਾਡੇ ਗੇਟ ਨੂੰ ਕਿਸੇ ਨੇ ਖੜਕਾਇਆ। ਮੈਂ ਮੇਨ ਗੇਟ ਖੋਲ੍ਹਿਆ ਤਾਂ ਸਾਹਮਣੇ ਇੱਕ ਚੋਲਾ ਪਾ ਕੇ ਬਾਬਾ ਬੈਠਾ ਸੀ, ਜਿਸ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਰੀਰ ਢਕਿਆ ਹੋਇਆ ਸੀ। ਸਿਰਫ ਅੱਖਾਂ ਹੀ ਦਿਸਦੀਆਂ ਸੀ। ਮੈਂ ਉਸ ਨੂੰ ਦੇਖ ਕੇ ਪਹਿਲਾਂ ਤਾਂ ਡਰ ਗਈ। ਮੈਂ ਪੁੱਛਿਆ, ਕੀ ਚਾਹੀਦਾ ਤੁਹਾਨੂੰ ਬਾਬਾ ਜੀ? ਤਾਂ ਉਸਨੇ ਕਿਹਾ, ਜੋ ਤੇਰੇ ਮੱਥੇ ਉੱਤੇ ਲਿਖਿਆ ਹੋਇਆ ਉਹ ਮੈਂ ਪੜ੍ਹ ਸਕਦਾ। ਮੈਂ ਉਸ ਨੂੰ ਚੁਣੌਤੀ ਦਿੱਤੀ ਤੇ ਕਿਹਾ, ਚਲੋ ਦੱਸੋ ਮੇਰੇ ਮੱਥੇ ਉੱਤੇ ਕੀ ਲਿਖਿਆ ਹੋਇਆ, ਕਿਉਂਕਿ ਮੈਂ ਵੀ ਉਸ ਸਮੇਂ ਮਜ਼ਾਕ ਦੇ ਮੂਡ ਵਿੱਚ ਸੀ। ਉਸ ਸਾਧੂ ਨੇ ਮੈਨੂੰ ਕਈ ਇਹੋ ਜਿਹੀਆਂ ਗੱਲਾਂ ਦੱਸੀਆਂ ਜੋ ਮੇਰੀ ਜ਼ਿੰਦਗੀ ਵਿੱਚ ਹੋਈਆਂ ਸੀ। ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਸੱਚਮੁੱਚ ਉਸ ਦੇ ਵਿੱਚੋਂ ਰੱਬ ਹੀ ਨਜ਼ਰ ਆ ਗਿਆ, ਕਿਉਂਕਿ ਉਸ ਨੇ ਇਹ ਵੀ ਕਹਿ ਦਿੱਤਾ ਸੀ ਕਿ ਤੇਰੇ ਮੋਟਾਪੇ ਦੀ ਵਜ੍ਹਾ ਨਾਲ ਤੇਰਾ ਵਿਆਹ ਨਹੀਂ ਹੋ ਰਿਹਾ ਤੇ ਤੂੰ ਬਹੁਤ ਪਰੇਸ਼ਾਨ ਰਹਿੰਦੀ ਹੈ। ਉਸ ਨੇ ਮੈਨੂੰ ਆਪਣੀ ਬਗਲੀ ਵਿੱਚੋਂ ਇੱਕ ਚਾਦਰ ਕੱਢ ਕੇ ਦਿੱਤੀ ਤੇ ਕਿਹਾ,
ਇਸ ਚਾਦਰ ਨੂੰ ਲੈ ਕੇ ਬੰਦ ਕਮਰੇ ਵਿੱਚ ਸੌਂ ਜਾਈਂ ਤੇ ਫਿਰ ਕਰਿਸ਼ਮਾ ਦੇਖੀ, ਤੇਰਾ ਵਿਆਹ ਜਲਦੀ ਹੋ ਜਾਵੇਗਾ। ਜਦੋਂ ਮੈਂ ਵਿਆਹ ਦੀ ਗੱਲ ਸੁਣੀ ਤਾਂ ਮੈਂ ਖੁਸ਼ ਹੋ ਗਈ। ਮੈਂ ਝਟਪਟ ਕੰਬਦੇ ਹੱਥਾਂ ਨਾਲ ਉਹ ਚਾਦਰ ਫੜ ਲਈ। ਉਦੋਂ ਹੀ ਮੇਰੀ ਮਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਡਰ ਗਈ। ਉਸਨੇ ਕਿਹਾ, ਤੂੰ ਇੱਥੇ ਖੜ ਕੇ ਕੀ ਕਰ ਰਹੀ ਏਂ? ਤਾਂ ਮੈਂ ਮਾਂ ਨੂੰ ਦੱਸਿਆ ਕਿ ਇਹ ਬਾਬਾ ਜੀ ਨੇ ਮੈਨੂੰ ਇੱਕ ਚਾਦਰ ਦਿੱਤੀ ਹੈ। ਉਸ ਬਾਬੇ ਨੇ ਮੈਨੂੰ ਜਾਣ ਦਾ ਇਸ਼ਾਰਾ ਕੀਤਾ ਤੇ ਕਿਹਾ, ਇਹ ਚਾਦਰ ਜਾ ਕੇ ਆਪਣੇ ਕਮਰੇ ਵਿੱਚ ਰੱਖ ਦੇ ਤੇ ਪਿੱਛੇ ਮੁੜ ਕੇ ਨਾ ਦੇਖੀ। ਮੈਂ ਆਪਣੇ ਦੋਨਾਂ ਹੱਥਾਂ ਵਿੱਚ ਚਾਦਰ ਫੜ ਲਈ ਤੇ ਆਪਣੇ ਕਮਰੇ ਵਿੱਚ ਚਲੀ ਗਈ। ਥੋੜ੍ਹੇ ਟਾਈਮ ਬਾਅਦ ਮੇਰੀ ਮਾਂ ਵੀ ਮੇਰੇ ਕਮਰੇ ਵਿੱਚ ਆ ਗਈ। ਇਹ ਮੇਰੀ ਸੌਤੇਲੀ ਮਾਂ ਸੀ, ਕਿਉਂਕਿ ਮੇਰੀ ਮਾਂ ਤਾਂ ਮੈਨੂੰ ਛੋਟੀ ਜਿਹੀ ਨੂੰ ਛੱਡ ਕੇ ਮਰ ਗਈ ਸੀ। ਉਹ ਬਹੁਤ ਦੁਖੀ ਲੱਗ ਰਹੀ ਸੀ। ਉਹ ਬੋਲੀ, ਸਾਧੂ ਬਾਬਾ ਨੇ ਮੈਨੂੰ ਦੱਸਿਆ ਕਿ ਅੱਜ ਤੋਂ 3 ਦਿਨਾਂ ਬਾਅਦ ਜੋ ਵੀ ਪਹਿਲਾ ਰਿਸ਼ਤਾ ਤੇਰੇ ਲਈ ਆਇਆ, ਉਸ ਨੂੰ ਸਵੀਕਾਰ ਕਰਦੇ ਹੀ ਤੁਹਾਡੇ ਘਰ ਵਿੱਚ ਖੁਸ਼ਹਾਲੀ ਆ ਜਾਵੇਗੀ। ਪਰ ਜੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਤਾਂ ਸਭ ਕੁਝ ਲੁੱਟ ਜਾਵੇਗਾ। ਆਪਾਂ ਸੜਕ 'ਤੇ ਆ ਜਾਵਾਂਗੇ ਬੇਟਾ। ਮੈਂ ਪਰੇਸ਼ਾਨ ਹੋ ਗਈ, ਪਰ ਮਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ, ਰਾਤ ਨੂੰ ਇਸ ਚਾਦਰ ਨੂੰ ਜ਼ਰੂਰ ਉੱਪਰ ਲੈ ਲਈਂ। ਮਾਂ ਦੇ ਜਾਣ ਤੋਂ ਬਾਅਦ ਮੈਂ ਉਹ ਕੰਬਲ ਨੂੰ ਖੋਲ੍ਹ ਕੇ ਦੇਖਿਆ। ਉਹ ਇੱਕ ਕਾਲੇ ਰੰਗ ਦਾ ਗਰਮ ਕੰਬਲ ਸੀ। ਜਦੋਂ ਰਾਤ ਹੋਈ ਤਾਂ ਮੈਂ ਆਪਣੇ ਕਮਰੇ ਦੀਆਂ ਸਾਰੀਆਂ ਬੱਤੀਆਂ ਬੰਦ ਕਰ ਦਿੱਤੀਆਂ। ਕਮਰੇ ਵਿੱਚ ਇੰਨਾ ਹਨੇਰਾ ਹੋ ਗਿਆ ਕਿ ਹੱਥ ਨੂੰ ਹੱਥ ਨਹੀਂ ਲੱਗ ਸਕਦਾ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ, ਪਰ ਵਿਆਹ ਨੂੰ ਸੋਚ ਕੇ ਮੈਂ ਉਹ ਚਾਦਰ ਆਪਣੇ ਉੱਪਰ ਲੈ ਲਈ। ਜਿਵੇਂ ਹੀ ਮੈਂ ਉਹ ਚਾਦਰ ਉੱਪਰ ਲਈ, ਮੈਨੂੰ ਅਜੀਬ ਜਿਹੀ ਘੁਟਨ ਮਹਿਸੂਸ ਹੋਈ, ਕਿਉਂਕਿ ਉਸ ਚਾਦਰ ਵਿੱਚ ਸਮੈਲ ਆ ਰਹੀ ਸੀ ਤੇ ਚੁਭਣ ਮਹਿਸੂਸ ਹੋ ਰਹੀ ਸੀ। ਜੀ ਤਾਂ ਕਰਦਾ ਸੀ ਕਿ ਮੈਂ ਇਹ ਚਾਦਰ ਲਾਹ ਕੇ ਸੁੱਟ ਦੇਵਾਂ, ਪਰ ਵਿਆਹ ਦੀ ਖਾਤਰ ਮੈਂ ਅਜਿਹਾ ਨਾ ਕੀਤਾ। ਸਾਰੀ ਰਾਤ ਮੈਂ ਉਸ ਚੁਭਣ ਵਾਲੀ ਚਾਦਰ ਵਿੱਚ ਰਾਤ ਗੁਜ਼ਾਰ ਲਈ। ਸਵੇਰੇ ਮਾਂ ਨੇ ਮੈਨੂੰ ਪੁੱਛਿਆ ਕਿ ਤੂੰ ਚਾਦਰ ਉੱਪਰ ਲਈ ਸੀ, ਤਾਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਬਹੁਤ ਥੱਕੀ ਹੋਈ ਸੀ, ਕਿਉਂਕਿ ਮੈਂ ਸਾਰੀ ਰਾਤ ਨਹੀਂ ਸੁੱਤੀ ਸੀ। ਉਹ ਦਿਨ ਮੈਂ ਉਸ ਸਾਧੂ ਬਾਰੇ ਸੋਚ ਕੇ ਹੀ ਲੰਘਾ ਦਿੱਤਾ। ਅਗਲੀ ਰਾਤ ਫਿਰ ਮੈਂ ਉਸੇ ਤਰ੍ਹਾਂ ਹੀ ਹਨੇਰਾ ਕਰਕੇ ਸੌਂ ਗਈ ਤੇ ਉੱਪਰ ਚਾਦਰ ਲੈ ਲਈ। ਉਹ ਚਾਦਰ ਬੜੀ ਹੀ ਬੇਸਕੂਨ ਸੀ। ਬੜੀ ਹਿੰਮਤ ਕਰਕੇ ਮੈਂ ਉਹ ਚਾਦਰ ਲੈ ਕੇ ਸੌਂ ਗਈ। ਅਗਲੀ ਸਵੇਰ ਦੇ ਨਾਸ਼ਤੇ ਲਈ ਰਸੋਈ ਵਿੱਚ ਗਈ। ਮੇਰੀ ਮਾਂ ਨੇ ਮੇਰੇ ਮੱਥੇ ਨੂੰ ਚੁੰਮਦੇ ਹੋਏ ਕਿਹਾ, ਤੂੰ ਸਾਡੇ ਘਰ ਵਿੱਚ ਥੋੜ੍ਹੇ ਹੀ ਦਿਨਾਂ ਦੀ ਮਹਿਮਾਨ ਹੈ। ਪਰ ਉਹ ਥੋੜ੍ਹੀ ਪਰੇਸ਼ਾਨ ਵੀ ਰਹਿੰਦੀ ਸੀ। ਇਹ ਦਿਨ ਮੇਰੇ ਲਈ ਖਾਸ ਦਿਨ ਸੀ, ਕਿਉਂਕਿ ਅੱਜ ਮੈਨੂੰ ਮਾਂ ਨੇ ਬੜੇ ਹੀ ਪਿਆਰ ਨਾਲ ਬੁਲਾਇਆ ਸੀ। ਮੇਰੀ ਮਾਂ ਨੇ ਪਿਤਾ ਜੀ ਨੂੰ ਵੀ ਉਸ ਸਾਧੂ ਬਾਰੇ ਦੱਸਿਆ ਸੀ। ਅੱਜ ਤੀਜਾ ਦਿਨ ਸੀ। ਮੈਂ ਆਉਣ ਵਾਲੇ ਕੱਲ੍ਹ ਦੇ ਬਾਰੇ ਸੋਚ ਕੇ ਅਜੀਬ ਜਿਹੀ ਖੁਸ਼ ਹੋ ਰਹੀ ਸੀ। ਪਰ ਮੈਨੂੰ ਕੀ ਪਤਾ ਸੀ ਕਿ ਮੇਰੀ ਜਿਹੀ ਬਦਨਸੀਬ ਲੋਕਾਂ ਦੀ ਖੁਸ਼ੀ ਰਾਸ ਨਹੀਂ ਆਉਂਦੀ। ਜੇ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਵੀ ਪਤਾ ਹੁੰਦਾ ਤਾਂ ਮੇਰੇ ਨਾਲ ਕੀ ਹੋਣ ਵਾਲਾ, ਤਾਂ ਮੈਂ ਆਪਣੇ ਆਪ ਨੂੰ ਕਿਤੇ ਲੁਕੋ ਲੈਂਦੀ। ਮੈਂ ਸਵੇਰੇ ਨਹਾ ਧੋ ਕੇ ਨਵੇਂ ਕੱਪੜੇ ਪਾ ਲਏ, ਕਿਉਂਕਿ ਮੈਂ ਜਾਣਦੀ ਸੀ ਕਿ ਮੇਰਾ ਕਿਸੇ ਵੀ ਵਕਤ ਰਿਸ਼ਤਾ ਆ ਸਕਦਾ। ਉਸ ਬਾਬੇ 'ਤੇ ਮੈਨੂੰ ਪੂਰਾ ਯਕੀਨ ਹੋ ਗਿਆ ਸੀ। ਅਸੀਂ ਸਾਰੇ ਨਾਸ਼ਤੇ ਦੇ ਟੇਬਲ 'ਤੇ ਬੈਠ ਗਏ। ਮੇਰੇ ਕੰਨ ਬਾਹਰ ਗੇਟ ਦੇ ਵੱਲ ਹੀ ਸੀ, ਜਿੱਥੋਂ ਮੇਰਾ ਰਿਸ਼ਤਾ ਆਉਣ ਵਾਲਾ ਸੀ। ਪਰ ਫਿਰ ਇੱਕ ਅਜੀਬ ਜਿਹੀ ਗੱਲ ਹੋਈ। ਸਾਡੇ ਸਾਰਿਆਂ ਦੇ ਸਾਹਮਣੇ ਨਾਸ਼ਤਾ ਰੱਖ ਕੇ ਸੁਨੀਤਾ ਜ਼ਮੀਨ 'ਤੇ ਬੈਠ ਗਈ। ਸੁਨੀਤਾ ਸਾਡੀ ਬਹੁਤ ਹੀ ਪੁਰਾਣੀ ਕੰਮ ਵਾਲੀ ਸੀ। ਪਿਤਾ ਜੀ ਪਰੇਸ਼ਾਨ ਹੋ ਗਏ ਤੇ ਬੋਲੇ, ਸੁਨੀਤਾ ਤੂੰ ਜ਼ਮੀਨ 'ਤੇ ਕਿਉਂ ਬੈਠ ਗਈ? ਉਹ ਬਹੁਤ ਚਿੰਤਾ ਵਿੱਚ ਲੱਗ ਰਹੀ ਸੀ। ਸੁਨੀਤਾ ਅੱਖਾਂ ਵਿੱਚ ਹੰਝੂ ਭਰ ਕੇ ਬੋਲੀ, ਸਾਹਿਬ, ਛੋਟਾ ਮੂੰਹ ਵੱਡੀ ਗੱਲ। ਪਰ ਮੈਂ ਕੀ ਕਰਾਂ? ਮੈਂ ਕੱਲ੍ਹ ਮੰਦਰ ਗਈ ਸੀ ਤੇ ਉੱਥੇ ਮੈਨੂੰ ਇੱਕ ਬਜ਼ੁਰਗ ਆਦਮੀ ਮਿਲਿਆ। ਉਹ ਕਹਿਣ ਲੱਗਿਆ, ਤੂੰ ਆਪਣੇ ਰਿਦਮ ਦੇ ਲਈ ਰੀਮਾ ਦਾ ਰਿਸ਼ਤਾ ਮੰਗਣ ਜਾਣਾ। ਜੇ ਉਹ ਇਨਕਾਰ ਕਰ ਦੇਣ ਤਾਂ ਰੀਮਾ ਕੋਲੋਂ ਸਿਰਫ ਉਹ ਚਾਦਰ ਲੈ ਕੇ ਆਉਣਾ ਤੇ ਕਹਿਣਾ ਤੇਰੀ ਜ਼ਿੰਦਗੀ ਵਿੱਚ ਇਸ ਚਾਦਰ ਜਿਹੀ ਕਾਲੀ ਸਿਆਹੀ ਘੁਲ ਮਿਲ ਜਾਵੇਗੀ। ਮੈਂ ਨਹੀਂ ਜਾਣਦੀ ਕਿਹੜੀ ਚਾਦਰ ਅਤੇ ਕਿਹੜੀ ਸਿਆਹੀ। ਇੰਨਾ ਜਾਣਦੀ ਹਾਂ ਕਿ ਮੈਂ ਤੁਹਾਡੇ ਸਾਹਮਣੇ ਆਪਣੀ ਝੋਲੀ ਅੱਡ ਕੇ ਬੈਠ ਗਈ ਹਾਂ। ਮੈਨੂੰ ਖਾਲੀ ਹੱਥ ਨਾ ਉੱਠਣ ਦੇਣਾ। ਸੁਨੀਤਾ ਦੀ ਗੱਲ ਸੁਣਨ ਤੋਂ ਬਾਅਦ ਅਸੀਂ ਸਾਰੇ ਜਣੇ ਚੌਂਕ ਗਏ। ਮੇਰੇ ਪਾਪਾ ਬੜੇ ਹੀ ਹੈਰਾਨ ਹੋ ਕੇ ਦੇਖਣ ਲੱਗੇ। ਮੇਰੀ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਬੋਲੀ, ਅਸੀਂ ਆਪਣੀ ਰੀਮਾ ਦਾ ਰਿਸ਼ਤਾ ਤੇਰੇ ਰਿਦਮ ਨਾਲ ਕਰਨ ਨੂੰ ਤਿਆਰ ਹਾਂ। ਮੈਂ ਅੱਖਾਂ ਕੱਢ ਕੇ ਮਾਂ ਵੱਲ ਦੇਖਿਆ।
ਪਿਤਾ ਜੀ ਵੀ ਚੁੱਪ ਸੀ। ਮੈਂ ਉੱਠੀ ਤੇ ਆਪਣੇ ਕਮਰੇ ਵਿੱਚ ਚਲੀ ਗਈ। ਰਿਦਮ ਦੇ ਨਾਲ ਮੇਰਾ ਮੇਲ ਕੀ ਸੀ? ਰਿਦਮ ਸਾਡੀ ਨੌਕਰਾਣੀ ਸੁਨੀਤਾ ਦਾ ਬੇਟਾ, ਜੋ ਕਿ ਸਾਡਾ ਮਾਲੀ ਸੀ। ਮੇਰਾ ਵਿਆਹ ਉਸ ਨਾਲ ਕਿਵੇਂ ਹੋ ਸਕਦਾ ਸੀ? ਮੰਨਿਆ ਕਿ ਬਚਪਨ ਵਿੱਚ ਸਾਡੀ ਗਹਿਰੀ ਦੋਸਤੀ ਸੀ। ਅਸੀਂ ਇੱਕ ਦੂਜੇ ਨਾਲ ਖੇਡਦੇ ਸੀ। ਬਚਪਨ ਨੂੰ ਬੀਤੇ ਹੋਏ ਜ਼ਮਾਨਾ ਗੁਜ਼ਰ ਗਿਆ ਸੀ। ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕੋਈ ਦੇਖ ਰਿਹਾ ਹੈ। ਮੈਂ ਇੱਕਦਮ ਚੌਂਕ ਗਈ ਤੇ ਉੱਠ ਕੇ ਇੱਧਰ-ਉੱਧਰ ਦੇਖਿਆ, ਪਰ ਕੋਈ ਨਹੀਂ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਜ਼ੋਰ ਨਾਲ ਬੰਦ ਕਰ ਦਿੱਤੀ। ਉਦੋਂ ਹੀ ਮੇਰੇ ਪਿਤਾ ਜੀ ਤੇ ਮੇਰੀ ਮਾਂ ਕਮਰੇ ਵਿੱਚ ਆਏ ਤੇ ਮੇਰੇ ਪਿਤਾ ਜੀ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ, ਭਲਾ ਤੂੰ 50 ਸਾਲ ਦੀ ਹੋ ਜਾਂਦੀ, ਫਿਰ ਵੀ ਅਸੀਂ ਤੇਰਾ ਇਸ ਤਰ੍ਹਾਂ ਰਿਸ਼ਤਾ ਕਰਨ ਨੂੰ ਤਿਆਰ ਨਾ ਹੁੰਦੇ। ਪਰ ਹੁਣ ਮੈਂ ਮਜਬੂਰ ਹਾਂ। ਮੈਂ ਕਿਸੇ ਸਾਧੂ ਬਾਬਾ ਦੀ ਬਦਦੁਆ ਨਹੀਂ ਲੈਣਾ ਚਾਹੁੰਦਾ। ਮੈਂ ਨਹੀਂ ਜਾਣਦਾ ਕਿ ਇਸ ਰਿਸ਼ਤੇ ਦੇ ਇਨਕਾਰ ਨਾਲ ਆਪਣੇ ਉੱਪਰ ਕੀ ਕਿਆਮਤ ਆਉਣੀ ਆ, ਪਰ ਮੈਂ ਸਿਰਫ ਇੰਨਾ ਜਾਣਦਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਤੇ ਤੁਹਾਨੂੰ ਗਵਾਉਣਾ ਨਹੀਂ ਚਾਹੁੰਦਾ। 3 ਦਿਨਾਂ ਦੇ ਬਾਅਦ ਅਸੀਂ ਤੇਰਾ ਵਿਆਹ ਰਿਦਮ ਦੇ ਨਾਲ ਕਰ ਦੇਵਾਂਗੇ। ਇਹ ਕਹਿ ਕੇ ਪਿਤਾ ਜੀ ਕਮਰੇ ਵਿੱਚੋਂ ਚਲੇ ਗਏ, ਪਰ ਮਾਂ ਮੇਰੀ ਬਹੁਤ ਟਾਈਮ ਤੱਕ ਮੇਰੇ ਕੋਲ ਬੈਠੀ ਰਹੀ। ਉਹ ਮੈਨੂੰ ਗੱਲੀਂ-ਗੱਲੀਂ ਸਮਝਾ ਰਹੀ ਸੀ। ਸਾਡੇ ਘਰੇ 3 ਦਿਨ ਤੱਕ ਸੋਗ ਪਿਆ ਰਿਹਾ। 3 ਦਿਨਾਂ ਦੇ ਬਾਅਦ ਮੇਰੀ ਮਾਂ ਨੇ ਮੈਨੂੰ ਲਾਲ ਰੰਗ ਦਾ ਸੂਟ ਦਿੱਤਾ ਤੇ ਕਿਹਾ, ਤਿਆਰ ਹੋ ਜਾ, ਪੰਡਿਤ ਜੀ ਆਉਣ ਵਾਲੇ ਨੇ। ਮੈਂ ਆਪਣੀ ਮਾਂ ਦੇ ਆਦੇਸ਼ ਦਾ ਪਾਲਣ ਕੀਤਾ ਤੇ ਮੈਂ ਤਿਆਰ ਹੋ ਕੇ ਬਾਹਰ ਆ ਗਈ ਤੇ ਮੇਰਾ ਵਿਆਹ ਕਰ ਦਿੱਤਾ ਗਿਆ। ਮੈਂ ਆਪਣਾ ਘਰ ਛੱਡ ਕੇ ਸਰਵੈਂਟ ਦੇ ਕੁਆਟਰ ਰੂਮ ਵਿੱਚ ਆ ਗਈ। ਮੇਰਾ ਜੀ ਕਰਦਾ ਸੀ ਕਿ ਮੈਂ ਫਾਹਾ ਲੈ ਲਵਾਂ। ਨਾ ਮੈਂ ਮੋਟੀ ਹੁੰਦੀ ਤੇ ਨਾ ਮੇਰਾ ਰਿਸ਼ਤਾ ਇਸ ਨੌਕਰ ਨਾਲ ਹੁੰਦਾ। ਖੈਰ, ਸੁਨੀਤਾ ਮੈਨੂੰ ਰਿਦਮ ਦੇ ਕਮਰੇ ਵਿੱਚ ਬਿਠਾ ਕੇ ਬਾਹਰ ਚਲੀ ਗਈ। ਕੁਝ ਦੇਰ ਬਾਅਦ ਰਿਦਮ ਕਮਰੇ ਵਿੱਚ ਆਇਆ। ਮੈਂ ਰਿਦਮ ਦੇ ਵੱਲ ਦੇਖ ਰਹੀ ਸੀ। ਉਹ ਥੋੜਾ ਪਰੇਸ਼ਾਨ ਲੱਗ ਰਿਹਾ ਸੀ। ਉਹ ਮੇਰੇ ਕੋਲ ਬੈਠਣ ਹੀ ਵਾਲਾ ਸੀ ਤੇ ਮੈਂ ਜ਼ੋਰ ਨਾਲ ਬੋਲੀ, ਖਬਰਦਾਰ, ਸੁਨੀਤਾ ਨੇ ਤੇਰਾ ਰਿਸ਼ਤਾ ਫਰਸ਼ 'ਤੇ ਬੈਠ ਕੇ ਮੰਗਿਆ ਸੀ। ਅਜਿਹਾ ਲੱਗਦਾ ਕਿ ਉਸ ਨੂੰ ਮਾਲਕਾਂ ਨਾਲ ਗੱਲ ਕਰਨ ਦੀ ਤਮੀਜ਼ ਹੈ, ਪਰ ਤੈਨੂੰ ਨਹੀਂ। ਉਸ ਨੇ ਤੈਨੂੰ ਕੁਝ ਸਿਖਾਇਆ ਹੀ ਨਹੀਂ। ਰਿਦਮ ਮੁਸਕਰਾਇਆ ਤੇ ਮੈਂ ਦੇਖਿਆ ਉਸ ਦੇ ਵਧੀਆ ਕੱਪੜੇ ਪਾਏ ਹੋਏ ਸੀ। ਉਹ ਸੋਹਣਾ ਲੱਗਦਾ ਸੀ, ਪਰ ਹੈ ਤਾਂ ਸਾਡਾ ਨੌਕਰ ਸੀ। ਉਹ ਮੇਰੇ ਸਾਹਮਣੇ ਬੈਠ ਗਿਆ ਤੇ ਬੋਲਿਆ, ਹੁਣ ਤੂੰ ਮੇਰੀ ਮਾਲਕਣ ਨਹੀਂ, ਤੇਰੇ ਪਿਤਾ ਜੀ ਦਾ ਨੌਕਰ ਆ, ਤੇਰਾ ਨਹੀਂ। ਉਸ ਤੋਂ ਪੈਸੇ ਲੈਂਦਾ ਹਾਂ, ਤੇਰੇ ਤੋਂ ਨਹੀਂ। ਮੈਂ ਉਸ ਦੀਆਂ ਗੱਲਾਂ ਸੁਣ ਕੇ ਅੱਗ ਬਬੂਲਾ ਹੋ ਗਈ। ਵਾਹ, ਸਾਡੇ ਟੁਕੜਿਆਂ ਤੇ ਪਲਣ ਵਾਲੇ ਆਦਮੀ ਦੀ ਇੰਨੀ ਲੰਬੀ ਜ਼ੁਬਾਨ ਹੋ ਗਈ। ਨਿਕਲ ਜਾ ਇਸ ਕਮਰੇ ਵਿੱਚੋਂ, ਤੈਨੂੰ ਇਹ ਸ਼ੋਭਾ ਨਹੀਂ ਦਿੰਦਾ। ਤੂੰ ਇੱਕ ਮਾਲਕਣ ਦੇ ਕਮਰੇ ਵਿੱਚ ਇਸ ਤਰ੍ਹਾਂ ਰਹੇ। ਰਿਦਮ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹ ਬੋਲਿਆ, ਤੂੰ ਤਾਂ ਪਹਿਲਾਂ ਇਹੋ ਜਿਹੀ ਨਹੀਂ ਸੀ, ਹੁਣ ਬਿਲਕੁਲ ਬਦਲ ਗਈ ਏ। ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਲੈ ਕੇ ਬਾਹਰ ਨਿਕਲ ਗਿਆ। ਉਸ ਦੇ ਬਾਹਰ ਜਾਣ ਤੋਂ ਬਾਅਦ ਮੈਂ ਕਮਰੇ ਦਾ ਗੇਟ ਬੰਦ ਕਰ ਲਿਆ ਤੇ ਸੌਂ ਗਈ। ਅਗਲੀ ਸਵੇਰ ਹੋਈ ਤੇ ਮੈਂ ਸਿੱਧਾ ਉੱਠੀ ਤੇ ਆਪਣੇ ਘਰੇ ਚਲੀ ਗਈ। ਪਿਤਾ ਜੀ ਮੈਨੂੰ ਦੇਖ ਕੇ ਹੈਰਾਨ ਰਹਿ ਗਏ। ਮੈਂ ਪਿਤਾ ਜੀ ਨੂੰ ਕਿਹਾ, ਮੈਂ ਸਾਧੂ ਬਾਬਾ ਦੀ ਗੱਲ ਮੰਨ ਲਈ ਤੇ ਰਿਦਮ ਨਾਲ ਵਿਆਹ ਕਰ ਲਿਆ। ਹੁਣ ਆਪਣੇ ਉੱਪਰ ਕੋਈ ਸੰਕਟ ਨਹੀਂ ਆਵੇਗਾ। ਪਰ ਮੈਂ ਹੁਣ ਰਿਦਮ ਦੀ ਉਸ ਝੌਂਪੜੀ ਵਿੱਚ ਨਹੀਂ ਰਹਾਂਗੀ। ਹੁਣ ਮੈਂ ਇੱਥੇ ਹੀ ਰਹਾਂਗੀ। ਪਿਤਾ ਜੀ ਬੋਲੇ, ਸਾਨੂੰ ਤੇਰਾ ਫੈਸਲਾ ਮਨਜ਼ੂਰ ਹੈ। ਤੇਰੀ ਮਾਂ ਨੇ ਵੀ ਇਹ ਕਿਹਾ ਕਿ ਜਲਦੀ ਅਸੀਂ ਤੇਰਾ ਰਿਦਮ ਨਾਲੋਂ ਤਲਾਕ ਕਰਵਾ ਦੇਵਾਂਗੇ। ਮੇਰੀ ਮਾਂ ਕਹਿਣ ਲੱਗੀ, ਫਿਰ ਅਸੀਂ ਤੇਰੇ ਲਈ ਇੱਕ ਵਧੀਆ ਮੁੰਡਾ ਲੱਭਾਂਗੇ। ਮਾਂ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ ਸੀ, ਪਰ ਮੇਰੇ ਪਾਪਾ ਥੋੜ੍ਹੇ ਪਰੇਸ਼ਾਨ ਸੀ। ਮੇਰੇ ਵਿਆਹ ਨੂੰ 2 ਮਹੀਨੇ ਲੰਘ ਚੁੱਕੇ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਰਿਦਮ ਨੂੰ ਦੇਖਦੀ ਰਹਿੰਦੀ। ਉਹ ਕਦੇ-ਕਦੇ ਘਾਹ ਕੱਟਦਾ ਰਹਿੰਦਾ, ਕਦੇ ਪੌਦਿਆਂ ਨੂੰ ਪਾਣੀ ਦਿੰਦਾ ਰਹਿੰਦਾ। ਜੇ ਕਦੇ ਗੁੱਸਾ ਆਉਂਦਾ ਤਾਂ ਮੈਂ ਉਸ ਨੂੰ ਗਾਰਡਨ ਵਿੱਚ ਜਾ ਕੇ ਉਸ ਉੱਪਰ ਗੁੱਸਾ ਉਤਾਰ ਆਉਂਦੀ ਤੇ ਕਹਿੰਦੀ, ਨੌਕਰ ਹੋ, ਨੌਕਰ ਦੀ ਤਰ੍ਹਾਂ ਰਹੋ। ਉਹ ਮੇਰੀਆਂ ਇਹ ਗੱਲਾਂ ਸੁਣ ਕੇ ਮੁਸਕਰਾ ਪੈਂਦਾ ਤੇ ਕਹਿੰਦਾ, ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੁੰਦੀ। ਰਿਦਮ ਦਾ ਹਰ ਇੱਕ ਅੰਦਾਜ਼ ਮੇਰੇ ਦਿਲ ਨੂੰ ਛੂਹ ਜਾਂਦਾ। ਉਹ ਦੇਖਣ ਵਿੱਚ ਅਜਿਹਾ ਲੱਗਦਾ ਸੀ ਕਿ ਉਹ ਸਾਡੇ ਘਰ ਦਾ ਨੌਕਰ ਨਹੀਂ, ਬਲਕਿ ਕਿਸੇ ਖਾਂਦੇ ਪੀਂਦੇ ਘਰ ਦਾ ਲੜਕਾ ਹੈ। ਇਸ ਤਰ੍ਹਾਂ ਕਰਦੇ ਕਰਾਉਂਦੇ ਸਾਡੇ ਵਿਆਹ ਨੂੰ 6 ਮਹੀਨੇ ਲੰਘ ਗਏ। ਇੱਕ ਦਿਨ ਸੁਨੀਤਾ ਮੇਰੇ ਪਿਤਾ ਜੀ ਕੋਲ ਆਈ ਤੇ ਕਹਿਣ ਲੱਗੀ,
ਅਸੀਂ ਤੁਹਾਡਾ ਘਰ ਛੱਡ ਕੇ ਜਾਣਾ ਚਾਹੁੰਦੇ ਹਾਂ, ਕਿਉਂਕਿ ਵਿਆਹ ਦੇ ਬਾਅਦ ਰਿਦਮ ਨੂੰ ਰੀਮਾ ਬੇਟੀ ਨਾਲ ਪਿਆਰ ਹੋ ਗਿਆ। ਉਹ ਇਸ ਦੇ ਪਿਆਰ ਵਿੱਚ ਪਾਗਲ ਹੋ ਗਿਆ ਹੈ। ਮੈਂ ਆਪਣੇ ਬੇਟੇ ਨੂੰ ਇਸ ਤਰ੍ਹਾਂ ਦੁਖੀ ਨਹੀਂ ਦੇਖ ਸਕਦੀ। ਸਾਹਿਬ, ਉਸ ਨੂੰ ਇਸ ਸਮੇਂ ਵੀ ਇੰਨਾ ਬੁਖਾਰ ਆ ਕਿ ਮੈਂ ਕੀ ਦੱਸਾਂ ਤੁਹਾਨੂੰ। ਮੈਂ ਸੁਨੀਤਾ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ ਕਿ ਮੈਨੂੰ ਵੀ ਕੋਈ ਇੰਨਾ ਪਿਆਰ ਕਿਵੇਂ ਕਰ ਸਕਦਾ, ਕਿਉਂਕਿ ਮੈਂ ਤਾਂ ਇੰਨੀ ਮੋਟੀ ਹਾਂ। ਪਿਤਾ ਜੀ ਨੇ ਕਿਹਾ, ਤੁਸੀਂ ਕੱਲ੍ਹ ਚਲੇ ਜਾਣਾ। ਰਾਤ ਹੋ ਗਈ ਹੈ ਤੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਉੱਠੀ, ਦੱਬੇ ਕਦਮਾਂ ਨਾਲ ਸੁਨੀਤਾ ਦੇ ਕੁਆਟਰ ਤੱਕ ਪਹੁੰਚ ਗਈ। ਉਹਨਾਂ ਦੇ ਕੁਆਟਰ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਉੱਥੇ ਸਿਰਫ ਰਿਦਮ ਨੂੰ ਦੇਖਣ ਗਈ ਸੀ। ਰਿਦਮ ਦੀ ਹਲਕੀ ਜਿਹੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤੇ ਮੈਂ ਉੱਥੇ ਹੀ ਰੁਕ ਗਈ। ਉਹ ਆਪਣੀ ਮਾਂ ਨੂੰ ਕਹਿ ਰਿਹਾ ਸੀ, ਮਾਂ, ਮੈਂ ਤਾਂ ਸੋਚਦਾ ਸੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਕਮਾਉਣਾ ਤੇ ਆਪਣਾ ਖਾਣਾ ਵਿੱਚ ਕੋਈ ਸ਼ਰਮ ਨਹੀਂ, ਪਰ ਇਹ ਅਮੀਰ ਲੋਕ ਤਾਂ ਆਪਣੇ ਨੌਕਰਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਆ। ਉਸ ਦੀ ਮਾਂ ਬੋਲੀ, ਮੈਂ ਤੈਨੂੰ ਕਿੰਨਾ ਸਮਝਾਇਆ ਸੀ ਕਿ ਤੂੰ ਇੰਨੇ ਉੱਚੇ ਉੱਚੇ ਸੁਪਨੇ ਨਾ ਦੇਖ। ਰੀਮਾ ਤੈਨੂੰ ਕਦੇ ਨਹੀਂ ਮਿਲ ਸਕਦੀ। ਰਿਦਮ ਬੋਲਿਆ, ਮੈਂ ਕੀ ਕਰਦਾ ਮਾਂ, ਉਹ ਮੇਰੇ ਬਚਪਨ ਦਾ ਪਿਆਰ ਸੀ, ਪਰ ਮੈਂ ਇਸ ਨੂੰ ਆਪਣੇ ਅੰਦਰ ਹੀ ਲੁਕੋ ਲੈਂਦਾ। ਜਦੋਂ ਤੁਸੀਂ ਕਿਹਾ ਕਿ ਰੀਮਾ ਦੀ ਮਾਂ ਉਸ ਦਾ ਵਿਆਹ ਨਹੀਂ ਹੋਣ ਦਿੰਦੀ, ਉਹ ਪੂਰੀ ਜ਼ਿੰਦਗੀ ਰੀਮਾ ਨੂੰ ਘਰ ਬਿਠਾ ਕੇ ਰੱਖਣਾ ਚਾਹੁੰਦੀ ਹੈ। ਰਿਦਮ ਦੀ ਇਹ ਗੱਲ ਸੁਣ ਕੇ ਮੈਂ ਹੋਰ ਧਿਆਨ ਨਾਲ ਸੁਣਨ ਲੱਗੀ। ਇੰਨੇ ਨੂੰ ਰਿਦਮ ਦੀ ਮਾਂ ਬੋਲੀ, ਹਾਂ ਰਿਦਮ, ਮੈਂ ਸੱਚ ਹੀ ਤਾਂ ਕਹਿੰਦੀ ਸੀ। ਰੀਮਾ 2 ਮਹੀਨਿਆਂ ਦੀ ਸੀ ਜਦੋਂ ਉਸ ਦੀ ਮਾਂ ਪੂਰੀ ਹੋ ਗਈ ਸੀ। ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਫਿਰ ਮੈਂ ਰੀਮਾ ਦੀ ਦੇਖਭਾਲ ਕੀਤੀ। ਉਹ ਤੇਰੇ ਨਾਲ ਹੀ ਖੇਡਦੀ ਹੁੰਦੀ ਸੀ। ਇਹ ਮੇਮ ਸਾਹਿਬ ਗਰੀਬ ਅਤੇ ਲਾਲਚੀ ਘਰਾਣੇ ਦੀ ਸੀ। ਇਸ ਦਾ ਬੱਸ ਚੱਲਦਾ ਤਾਂ ਇਹ ਰਾਤੋਂ ਰਾਤ ਸਾਰੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੀ, ਪਰ ਸਾਹਿਬ ਨੂੰ ਪਤਾ ਲੱਗ ਗਿਆ, ਕਿਉਂਕਿ ਉਹ ਰੀਮਾ ਨਾਲ ਵੀ ਵਧੀਆ ਸਲੂਕ ਨਹੀਂ ਕਰਦੀ। ਜਦੋਂ ਰੀਮਾ ਛੋਟੀ ਸੀ ਤਾਂ ਬਹੁਤ ਜ਼ਿਆਦਾ ਸੋਹਣੀ ਹੁੰਦੀ ਸੀ। ਉਸ ਦੀ ਇਹ ਸਤੇਲੀ ਮਾਂ ਨੇ ਉਸ ਨੂੰ ਮੋਟਾਪੇ ਦੇ ਇੰਜੈਕਸ਼ਨ ਲਗਾ ਕੇ ਮੋਟੀ ਕਰ ਦਿੱਤਾ ਤਾਂ ਕਿ ਉਸ ਦਾ ਵਿਆਹ ਨਾ ਹੋ ਸਕੇ ਤੇ ਨਾ ਹੀ ਜਾਇਦਾਦ ਦਾ ਇੱਕ ਹਿੱਸਾ ਉਸ ਨੂੰ ਦੇਣਾ ਪਵੇ। ਸੁਨੀਤਾ ਦੀ ਗੱਲ ਸੁਣ ਕੇ ਮੈਂ ਚੁਕਰਾ ਗਈ। ਇੰਨੇ ਨੂੰ ਰਿਦਮ ਬੋਲੇ, ਮੈਂ ਪੌਦਿਆਂ ਦੇ ਪਿੱਛੇ ਲੁਕ ਕੇ ਮੈਂ ਰੀਮਾ ਨੂੰ ਦੇਖਦਾ ਹੁੰਦਾ ਸੀ। ਉਹ ਸਾਧੂ ਬਣ ਕੇ ਵੀ ਮੈਂ ਹੀ ਗਿਆ ਸੀ ਤਾਂ ਕਿ ਉਹ ਮੇਰੇ ਨਾਲ ਵਿਆਹ ਕਰਾ ਸਕੇ, ਪਰ ਉਹ ਤਾਂ ਮੇਰੇ ਨਾਲ ਰਹਿਣ ਨੂੰ ਤਿਆਰ ਹੀ ਨਹੀਂ। ਦੇਖਣਾ ਮਾਂ, ਕੱਲ੍ਹ ਨੂੰ ਆਪਾਂ ਚਲੇ ਜਾਵਾਂਗੇ ਤੇ ਉਹ ਰੀਮਾ ਇਸ ਤਰ੍ਹਾਂ ਹੀ ਤੜਫਦੀ ਰਹੇਗੀ, ਕਿਉਂਕਿ ਉਸ ਦੀ ਮਾਂ ਨੇ ਉਸ ਦਾ ਵਿਆਹ ਤਾਂ ਕਰਨਾ ਨਹੀਂ। ਮੈਂ ਰਿਦਮ ਦੀਆਂ ਇਹ ਗੱਲਾਂ ਸੁਣ ਕੇ ਰੋਂਦੀ ਰੋਂਦੀ ਆਪਣੇ ਕਮਰੇ ਵਿੱਚ ਪਹੁੰਚ ਗਈ। ਮੈਂ ਆਪਣੇ ਪਿਤਾ ਜੀ ਦਾ ਨੰਬਰ ਮਿਲਾਇਆ ਅਤੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਆਉਣ ਲਈ ਕਿਹਾ। ਪਿਤਾ ਜੀ ਭੱਜੇ ਭੱਜੇ ਮੇਰੇ ਕਮਰੇ ਵਿੱਚ ਆਏ। ਉਹ ਮੇਰੀ ਆਵਾਜ਼ ਸੁਣ ਕੇ ਕਾਫੀ ਪਰੇਸ਼ਾਨ ਹੋ ਗਏ ਸੀ। ਮੈਂ ਆਪਣੇ ਪਿਤਾ ਜੀ ਦੇ ਸੀਨੇ ਨਾਲ ਲੱਗ ਕੇ ਰੋਣ ਲੱਗੀ। ਮੇਰੇ ਪਿਤਾ ਜੀ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ। ਪਿਤਾ ਜੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਸਭ ਕੁਝ ਸੰਭਾਲ ਲੈਣਗੇ। ਪਿਤਾ ਜੀ ਨੇ ਮਾਂ ਨੂੰ ਦੱਸਿਆ ਕਿ ਰੀਮਾ ਆਪਣੇ ਘਰ ਜਾਣਾ ਚਾਹੁੰਦੀ ਹੈ। ਮਾਂ ਇਹ ਸੁਣ ਕੇ ਥੋੜਾ ਪਰੇਸ਼ਾਨ ਹੋ ਗਈ। ਪਿਤਾ ਜੀ ਨੇ ਰਿਦਮ ਅਤੇ ਸੁਨੀਤਾ ਨੂੰ ਅਗਲੇ ਦਿਨ ਘਰੇ ਬੁਲਾਇਆ। ਪਿਤਾ ਜੀ ਨੇ ਕਿਹਾ, ਰਿਦਮ ਬੇਟਾ, ਤੈਨੂੰ ਪਤਾ ਮੇਰੇ ਕੋਈ ਬੇਟਾ ਨਹੀਂ ਹੈ। ਜਵਾਈ ਵੀ ਬੇਟੇ ਦੀ ਤਰ੍ਹਾਂ ਹੀ ਹੁੰਦੇ ਨੇ। ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਮੇਰੇ ਆਫਿਸ ਦਾ ਕੰਮ ਸੰਭਾਲ। ਰਿਦਮ ਹੈਰਾਨ ਸੀ, ਜਦ ਕਿ ਮੇਰੀ ਮਾਂ ਦੇ ਚਿਹਰੇ ਦਾ ਤਾਂ ਰੰਗ ਹੀ ਉੱਡ ਗਿਆ। ਪਿਤਾ ਜੀ ਨੇ ਆਫਿਸ ਦੇ ਸਾਰੇ ਕਾਗਜ਼ਾਤ ਰਿਦਮ ਦੇ ਹੱਥ 'ਤੇ ਰੱਖ ਦਿੱਤੇ। ਪਿਤਾ ਜੀ ਦੀ ਇਹ ਜ਼ਬਰਦਸਤ ਪਲੈਨਿੰਗ ਨੇ ਮਾਂ ਨੂੰ ਇੱਕ ਜ਼ੋਰਦਾਰ ਝਟਕਾ ਦਿੱਤਾ। ਜਿਸ ਜਾਇਦਾਦ ਦੇ ਲਈ ਮਾਂ ਨੇ ਮੈਨੂੰ ਜ਼ਿੰਦਗੀ ਭਰ ਘਰ ਬਿਠਾਉਣ ਦੀ ਯੋਜਨਾ ਬਣਾ ਰੱਖੀ ਸੀ, ਪਿਤਾ ਜੀ ਨੇ ਉਹੀ ਜਾਇਦਾਦ ਮੇਰੇ ਪਤੀ ਨੂੰ ਸੌਂਪ ਦਿੱਤੀ। ਉਦੋਂ ਹੀ ਮੇਰੀ ਮਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ। ਉਹ ਗੁੱਸੇ ਨਾਲ ਬੋਲੀ, ਤੁਸੀਂ ਅਜਿਹਾ ਨਹੀਂ ਕਰ ਸਕਦੇ। ਆਪਣੀ ਜਾਇਦਾਦ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਮੈਂ ਇਸ ਲੜਕੀ ਅਤੇ ਨੌਕਰ ਨੂੰ ਨਹੀਂ ਦੇਵਾਂਗੀ। ਮਾਂ ਦੀ ਇਹ ਗੱਲ ਸੁਣ ਕੇ ਪਿਤਾ ਜੀ ਨੇ ਜ਼ੋਰਦਾਰ ਥੱਪੜ ਮਾਂ ਦੇ ਮੂੰਹ 'ਤੇ ਰੱਖ ਦਿੱਤਾ ਅਤੇ ਬੋਲੇ, ਮੈਨੂੰ ਇਹ ਸਭ ਕੁਝ ਪਤਾ ਲੱਗ ਗਿਆ ਕਿਵੇਂ ਤੂੰ ਮੇਰੀ ਬੇਟੀ ਦੀ ਜ਼ਿੰਦਗੀ ਖਰਾਬ ਕਰਨੀ ਚਾਹੀ। ਹੁਣ ਜੇ ਇੱਕ ਸ਼ਬਦ ਵੀ ਮੂੰਹ ਵਿੱਚੋਂ ਕੱਢਿਆ ਤਾਂ ਮੈਂ ਤੈਨੂੰ ਘਰ 'ਚੋਂ ਕੱਢ ਦੇਵਾਂਗਾ। ਮੈਂ ਰਿਦਮ ਨੂੰ ਲੈ ਕੇ ਉਹਨਾਂ ਦੇ ਕੁਆਟਰ ਵਿੱਚ ਚਲੀ ਗਈ। ਹੁਣ ਰਿਦਮ ਪਾਪਾ ਦੇ ਆਫਿਸ ਵਿੱਚ ਕੰਮ ਕਰਦਾ ਸੀ। ਭਾਵੇਂ ਰਿਦਮ ਕੋਲ ਪੈਸੇ ਘੱਟ ਸੀ, ਪਰ ਉਹ ਮੈਨੂੰ ਬਹੁਤ ਖੁਸ਼ ਰੱਖਦਾ ਸੀ। ਜਿਵੇਂ ਜਿਵੇਂ ਮੈਂ ਰਿਦਮ ਨੂੰ ਦੇਖਦੀ
ਤਾਂ ਮੈਨੂੰ ਆਪਣੀ ਕਿਸਮਤ 'ਤੇ ਗਰਵ ਹੁੰਦਾ। ਪਰਮਾਤਮਾ ਮੇਰੇ ਜਿਹਾ ਪਤੀ ਹਰ ਇੱਕ ਲੜਕੀ ਨੂੰ ਦੇਵੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।